ਸਾਹਿਬ ਜੀਓ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਇਕ ਅਦੁੱਤੀ ਗੁਰੂ ਨਾਨਕ ਦੇਵਾ ਓੰਕਾਰ ਗੁਰ ਅੰਗਦ ਅਭੇਬਾ। ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰ ਵਾਰੇ। ਪੁਰਖ ਸ੍ਰੀ ਅਰਜਨ ਸੁਖ ਦਾਨੀ ਨਿਰਭਉ ਹਰਿ ਗੋਬਿੰਦ ਗੁਣ ਖਾਨੀ। ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ। ਅਜੂਨੀ ਤੇਗ ਬਹਾਦਰ ਰਾਈ ਸੈਭੰ ਗੁਰ ਦਸ਼ਮੇਸ਼ ਸਹਾਈ। ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ। ਪੂਰਨ ਦੇਖਿਓ ਆਤਮਾ ਦੁਐਤੈ ਸਰਬ ਨਿਵਾਰ। ਭਏ ਸ਼ਾਂਤ ਮਨ ਸੰਤ ਜਿਹੇ ਤਿਹ ਪਦ ਨਮੋ ਹਮਾਰ। ਦੇਸ ਮਾਰੇ ਅਥਾਹ ਅਗੰਤ ਅਤੋਲੈ ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਪ ਸਰਬੱਤ ਸੰਗਤਾਂ ਗੁਰੂ ਨਾਨਕ ਦੇ 11ਵੇਂ ਸਰੂਪ ਵਿੱਚ ਦਰਸ਼ਨ ਕਰ ਰਹੇ ਹੋ। ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ। 10 ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ। ਪਾਤਸ਼ਾਹ ਦੇ ਬਚਨ ਹਨ ਜੋ ਮੁਝ ਬਚਨ ਸੁਨਨ ਕੀ ਚਾਏ ਗ੍ਰੰਥ ਵਿਚਾਰ ਸੁਨੋ ਚਿਤ ਲਾਏ। ਸਤਿਗੁਰਾਂ ਨੇ ਕਿਹਾ ਜੀ ਮੇਰੇ ਨਾਲ ਗੱਲਾਂ ਕਰਨੀਆਂ ਨੇ, ਮੇਰਾ ਸਰੀਰ ਤਿਆਗਣ ਤੋਂ ਬਾਅਦ ਗੱਲਾਂ ਕਰਨੀਆਂ ਨੇ। ਜੋ ਮੁਝ ਬਚਨ ਸੁਨਨ ਕੀ ਚਾਏ ਗ੍ਰੰਥ ਵਿਚਾਰ ਸੁਨੋ ਚਿਤ ਲਾਏ। ਮੇਰੋ ਰੂਪ ਗ੍ਰੰਥ ਜੀ ਜਾਨ ਯਾ ਮੈਂ ਭੇਦ ਨਾ ਰੰਚਕ ਮਾਨ। ਐਸੇ ਪਾਤਸ਼ਾਹ ਦੇ ਦਰਬਾਰ ਦੇ ਅੰਦਰ ਸਿੱਖ ਪੰਥੀਆਂ ਤੋਂ ਮਹਾਨ ਹਸਤੀਆਂ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲੇ ਮਹਾਂਪੁਰਸ਼, ਪੰਥ ਰਤਨ ਭਾਈ ਜਸਵੀਰ ਸਿੰਘ ਜੀ ਖੰਨੇ ਵਾਲੇ, ਜਿਨ੍ਹਾਂ ਦੀ ਯਾਦ ਆਉਂਦਿਆਂ ਹੀ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਪੈਦਾ ਹੋਣ ਲੱਗ ਜਾਂਦੇ ਨੇ। ਇਸ ਮਾਹੌਲ ਵਿੱਚ ਆ ਕੇ ਭਾਈ ਸਾਹਿਬ ਦੀ ਯਾਦ ਸਤਾਉਣ ਲੱਗ ਜਾਂਦੀ ਹੈ। ਉਹਨਾਂ ਦੀ ਯਾਦ ਕੁਝ ਤੰਗ ਕਰਨ ਲੱਗ ਜਾਂਦੀ ਹੈ ਕਿ ਜਦੋਂ ਆਪਣੀ ਰਸਨਾ ਤੋਂ ਸੰਗਤਾਂ ਦੇ ਵਿੱਚ ਕੇਵਲ ਵਾਹਿਗੁਰੂ ਮੰਤਰ ਦਾ ਵੀ ਜਾਪ ਕਰਾਉਂਦੇ ਸੀ। ਬਾਣੀ ਉਚਰੈ ਸਾਧ ਜਨ ਅਮਿਓ ਚੱਲੇ ਚਰਣੇ। ਉਹਨਾਂ ਦੀ ਯਾਦ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲੇ ਮਹਾਂਪੁਰਸ਼। ਸੰਤ ਰਾਮ ਮੈਂ ਭੇਦ ਕੁਛ ਨਾਹੀ ਜੋ ਲੋੜੇਂਦੇ ਰਾਮ ਸੇਵਕ ਸੇਈ ਕਾਂਢਿਆ। ਨਾਨਕ ਜਾਣੋ ਸਤ ਸਾਈਂ ਸੰਤ ਨ ਵਾਹਰਾ। ਅਜਿਹੇ ਸਤਪੁਰਸ਼ਾਂ ਦੀ ਯਾਦ ਵਿੱਚ ਬੈਠੇ ਆ। ਦਾਸ ਤੋਂ ਪਹਿਲਾਂ ਗੁਰਮੁਖਾਂ ਨੇ ਸਾਹਿਬਜ਼ਾਦਿਆਂ ਦੀ ਕਵਿਤਾ ਪੜ੍ਹੀ ਹੈ। ਇਸ ਤੋਂ ਪਹਿਲਾਂ ਸਤਿਕਾਰਯੋਗ ਨਾਨਕਸਰ ਕਲੇਰਾਂ ਸੰਪਰਦਾ ਵੱਲੋਂ ਬਾਬਾ ਗੇਜਾ ਸਿੰਘ ਜੀ ਮਹਾਂਪੁਰਸ਼ ਸਾਰੀ ਉਮਰ ਪੰਜਾਂ ਪਿਆਰਿਆਂ 'ਚ ਲਾ ਕੇ ਅੰਮ੍ਰਿਤ ਸੰਚਾਰ ਕਰਦੇ ਰਹੇ। ਗੁਰਮਤਿ ਦਾ ਪ੍ਰਚਾਰ ਕਰਦਿਆਂ ਜੀਵਨ ਹੰਢਾਇਆ। ਉਹਨਾਂ ਨੇ ਛੋਟੀ ਛੋਟੀਆਂ ਸਾਖੀਆਂ ਦੁਆਰਾ ਆਪ ਜੀ ਨੂੰ ਵਿਚਾਰਾਂ ਦੀ ਸਾਂਝ ਪਾਈ। ਉਹਨਾਂ ਤੋਂ ਪਹਿਲਾਂ ਸਿੱਖ ਜਗਤ ਦੀ ਮਹਾਨ ਵਿਦਿਅਕ ਪ੍ਰਣਾਲੀ ਵਿੱਚੋਂ ਵੀ ਤੇ ਸਿੰਘ ਸਾਹਿਬ ਸਾਬਕਾ ਭਾਈ ਜਸਵੰਤ ਸਿੰਘ ਜੀ ਪਰਵਾਨਾ, ਜਿਨ੍ਹਾਂ ਦੀ ਕਥਾ ਦਾ ਪ੍ਰਭਾਵ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਵੀ ਹੈ। ਸਤਿਕਾਰਯੋਗ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਕਈ ਪੁਸਤਕਾਂ ਵੀ ਲਿਖੀਆਂ, ਤੇ ਉਹਨਾਂ ਨੇ ਬੜਮੁੱਲੇ ਬਚਨ ਆਪ ਜੀ ਨੂੰ ਸੁਣਾਏ।
ਹੁਣੇ ਹੁਣ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜੋ ਤਾਬਿਆ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਚੌਬਰਦਾਰੀ ਕਰ ਰਹੇ। ਸਮਾਂ ਆਪਣੀ ਰਫ਼ਤਾਰ ਤੁਰਿਆ ਜਾ ਰਿਹਾ ਹੈ। ਗੁਰਬਾਣੀ ਦੇ ਆਧਾਰ ਤੇ ਮੈਂ ਆਪ ਜੀ ਦੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਗੁਰਮਤਿ ਦੀਆਂ, ਕਿਉਂਕਿ ਨਾਮ ਜਿਹੜਾ ਗੁਰਮਤਿ ਅਨੁਸਾਰ ਜਪਿਆ ਜਾਏ ਉਹੀ ਸਫਲ ਹੈ। ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ। ਕੁਝ ਲੋਕੀ ਮਨਮਤ ਅਨੁਸਾਰ ਵੀ ਨਾਮ ਜਪਾਉਣਾ ਸਾਡੇ ਸਿੱਖ ਜਗਤ ਵਿੱਚ ਪ੍ਰਵੇਸ਼ ਕਰ ਗਏ, ਜਿਹੜੇ ਆਪਣੀ ਮਨਮਤ ਦੁਆਰਾ ਵੀ ਦਾਅਵਾ ਕਰਦੇ ਨੇ ਕਿ ਅਸੀਂ ਨਾਮ ਜਪਾ ਰਹੇ ਹਾਂ। ਜਿਹੜੀ ਜੁਗਤ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਵਾਨ ਨਾ ਹੋਵੇ, ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪ੍ਰਵਾਨ ਨਾ ਹੋਵੇ, ਉਹ ਕਦੇ ਵੀ ਕਿਸੇ ਨੂੰ ਪ੍ਰਵਾਨ ਨਹੀਂ ਹੋ ਸਕਦੀ। ਸਾਡਾ ਭਲਾ ਵੀ ਨਹੀਂ ਉਹ ਕਰ ਸਕਦੀ। ਮੈਂ ਕਿਸੇ ਤੇ ਟੀਕਾ ਟਿੱਪਣੀ ਨਹੀਂ ਕਰ ਰਿਹਾ। ਉਹਨਾਂ ਦੋ ਸਤਪੁਰਸ਼ਾਂ ਦੀ ਅਵਸਥਾ ਜੋ ਮੈਨੂੰ ਮਹਿਸੂਸ ਹੁੰਦੀ ਹੈ, ਜੋ ਮੈਂ ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਨੂੰ ਪੜ੍ਹਿਆ ਹੈ, ਔਰ ਸਿੰਘ ਸਾਹਿਬ ਜੀ ਭਾਈ ਜਸਵੀਰ ਸਿੰਘ ਦੇ ਨਾਲ ਤਾਂ ਬਹੁਤ ਦੇਰ ਤੋਂ ਲੰਮੀ ਜ਼ਿੰਦਗੀ ਦੀ ਸਾਂਝ ਰਹੀ, ਜਦੋਂ ਬਿਲਕੁਲ ਛੋਟਾ ਜਿਹਾ ਜਥਾ ਲੈ ਕੇ ਖੰਨੇ ਤੋਂ ਚੱਲਦੇ ਸਨ। ਨਾਮ ਬੜਾ ਇੱਕ ਅਹਿਮ ਸਵਾਲ ਹੈ ਕਿ ਨਾਮ ਦੀ ਪਰਿਭਾਸ਼ਾ ਕੀ ਹੈ। ਦੂਸਰਾ ਸਵਾਲ ਹੈ ਕਿ ਨਾਮ ਦੀਆਂ ਕਿਸਮਾਂ ਕਿੰਨੀਆਂ। ਤੀਸਰਾ ਸਵਾਲ ਹੈ ਕਿ ਕਿਰਤਮ ਨਾਮ ਕਿਹੜੇ ਹਨ ਤੇ ਪਰਾਪੂਰਵਲਾ ਨਾਮ ਕਿਹੜਾ ਹੈ। ਭਾਵੇਂ ਸਾਰੇ ਅਹਿਮ ਸਵਾਲ ਨੇ, ਪਰ ਇਹਨਾਂ ਵਿੱਚੋਂ ਦਾਸ ਬਹੁਤੀ ਬਰੀਕੀ ਵਿੱਚ ਨਾ ਜਾਏ। ਮੈਂ ਕੇਵਲ ਉਹਨਾਂ ਸਤਪੁਰਸ਼ਾਂ ਦੀ ਯਾਦ ਵਿੱਚ ਬੈਠਾ ਜਿਨ੍ਹਾਂ ਨੇ ਅਵਸਥਾ ਹੰਢਾਈਆਂ। ਨਾਮ ਜਪਣ ਵਾਲਿਆਂ ਦੀਆਂ 10 ਅਵਸਥਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸ਼ਾਇਦ ਕਿਸੇ ਨੂੰ ਇਹ ਗੱਲ ਥੋੜੀ ਬਹੁਤ ਓਪਰੀ ਲੱਗੇ, ਪਰ ਗੁਰਬਾਣੀ ਅਨੁਸਾਰ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਰਸਨਾ ਤੋਂ ਸੁਣੀਆਂ। ਅਰਦਾਸ ਉਹਨਾਂ ਬ੍ਰਹਮ ਗਿਆਨੀਆਂ ਦੇ ਬਚਨ ਦੇ ਪਹਿਰੇ ਵਿੱਚ ਰਹਿੰਦਾ ਹੋਇਆ ਹੀ ਜੋ ਕੁਝ ਉਹਨਾਂ ਦੀ ਰਸਨਾ ਤੋਂ ਪ੍ਰਾਪਤ ਹੋਇਆ ਆਪ ਜੀ ਦੇ ਨਾਲ ਸਾਂਝਾ ਕਰਨ ਲੱਗਿਆ। 4 ਅਵਸਥਾ ਦਾ ਬਹੁਤ ਪ੍ਰਚਾਰ ਹੈ, 6 ਅਵਸਥਾ ਦਾ ਬਹੁਤਾ ਪ੍ਰਚਾਰ ਨਹੀਂ। ਜਿਵੇਂ 4 ਦਿਸ਼ਾ ਹਨ, ਪੂਰਬ ਪੱਛਮ ਉੱਤਰ ਦੱਖਣ, ਇਹਨਾਂ ਦਾ ਬਹੁਤ ਪ੍ਰਚਾਰ ਹੈ, ਪਰ ਦਿਸ਼ਾ 10 ਵੀ ਹੋਇਆ ਕਰਦੀਆਂ। 4 ਦਿਸ਼ਾ 4 ਵਿਦਿਸ਼ਾ, ਜਿਹਦੇ ਵਿੱਚ ਈਸ਼ਾਨ, ਨੈਰਤ, ਵੈਵੀ, ਅਗਨ, ਇਹ 4 ਕੋਨੇ ਨੇ। ਇੱਕ ਆਕਾਸ਼ ਦਾ ਪਾਸਾ, ਇੱਕ ਧਰਤੀ ਦਾ ਪਾਸਾ। 10 ਦਿਸ ਖੋਜ ਮੈਂ ਫਿਰਿਓ, 10 ਦਿਸ਼ਾ ਵੀ ਹੈ, 4 ਵੀ ਹੈ। ਇਸ ਤਰ੍ਹਾਂ ਅਵਸਥਾ 4 ਵੀ ਹੈ ਤੇ ਅਵਸਥਾ 10 ਵੀ ਹੈ। ਮੇਰੇ ਕਹਿਣ ਤੋਂ ਭਾਵ ਸੰਤ ਬਾਬਾ ਅਤਰ ਸਿੰਘ ਜੀ ਤੇ ਅਵਸਥਾ ਲੰਘੀਆਂ। ਸਿੰਘ ਸਾਹਿਬ ਜੀ ਬਹੁਤ ਬੜੇ ਵਿਦਵਾਨ ਤਾਬਿਆ ਬੈਠੇ ਹੈ। ਬਾਬਾ ਜੀ ਸਾਰੀ ਜ਼ਿੰਦਗੀ ਬੰਦਗੀ ਕਰਨ ਵਾਲੇ ਹੈ। ਮੈਂ ਕੋਈ ਸਾਖੀ ਨਹੀਂ ਸੁਣਾ ਸਕੂੰ ਆਪ ਜੀ, ਕੋਈ ਦ੍ਰਿਸ਼ਟਾਂਤ ਵੀ ਨਹੀਂ ਸੁਣਾ ਸਕੂੰ। ਕੇਵਲ ਗੁਰਬਾਣੀ ਦੀਆਂ ਤੁਕਾਂ ਅਵਸਥਾ ਦੀਆਂ ਆਪ ਜੀ ਨਾਲ ਸਾਂਝੀਆਂ ਕਰਾਂਗਾ। ਪਹਿਲੀ ਅਵਸਥਾ ਨਾਮ ਜਪਣ ਵਾਲੇ ਦੀ ਜਿਸ ਥਾਂ ਤੋਂ ਸ਼ੁਰੂ ਹੁੰਦੀ ਹੈ ਉਹਨੂੰ ਬੈਖਰੀ ਕਹਿੰਦੇ ਨੇ। ਬੈਖਰੀ ਅਵਸਥਾ ਦੀਆਂ ਸੈਂਕੜੇ ਪੰਕਤੀਆਂ ਗੁਰੂ ਗ੍ਰੰਥ ਸਾਹਿਬ 'ਚ ਲੱਭ ਸਕਦੀਆਂ ਹਨ। ਕੇਵਲ ਥੋੜੀਆਂ ਜਿਹੀਆਂ ਆਪ ਜੀ ਦੇ ਧਿਆਨ ਵਿੱਚ ਲਿਆਉਣ ਲੱਗਾ। ਰਸਨਾ ਜਪਤੀ, ਜਦੋਂ ਰਸਨਾ ਤੇ ਜਾਪ ਆ ਜਾਏ, ਭਾਵੇਂ ਉਹ ਰਾਮ ਹੈ, ਅੱਲਾ ਹੈ, ਖੁਦਾ ਹੈ, ਵਾਹਿਗੁਰੂ ਹੈ, ਸਤਨਾਮ ਹੈ, ਓਮ ਹੈ, ਕੋਈ ਸ਼ਬਦ ਹੈ, ਕੋਈ ਬੋਲਾ ਰਾਮ ਰਾਮ, ਕੋਈ ਖੁਦਾ, ਇਹਦੇ ਨਾਲ ਮੇਰਾ ਕੋਈ ਲੈਣ ਦੇਣ ਨਹੀਂ। ਇਹ ਅਵਸਥਾ ਸਾਰਿਆਂ ਦੀਆਂ ਸਾਂਝੀਆਂ। ਰਸਨਾ ਜਪਤੀ ਤੂੰ ਹੀ ਤੂੰ ਹੀ। ਭੋਜਨ ਦੀ ਗਰਾਹੀ ਪਹਿਲਾਂ ਰਸਨਾ ਤੇ ਰੱਖੀ ਜਾਂਦੀ ਹੈ। ਭੋਜਨ ਦਾ ਵੀ ਇਹੀ ਵਿਧਾਨ ਹੈ ਕਿ ਜੋ ਕੁਝ ਤੁਸੀਂ ਮਿਹਦੇ ਨੂੰ ਦੇਣਾ ਚਾਹੁੰਦੇ ਹੋ, ਪਹਿਲਾਂ ਉਹ ਤੁਹਾਨੂੰ ਜੀਭ ਦੇ ਉੱਤੇ ਹੀ ਰੱਖਣਾ ਪਏਗਾ। ਜਿਹੜਾ ਨਾਮ ਅੰਦਰ ਲੈ ਕੇ ਜਾਣਾ ਚਾਹੁੰਦੇ ਹੋ, ਉਹ ਵੀ ਰਸਨਾ ਤੇ ਹੀ ਰੱਖਣਾ ਪਏਗਾ। ਇਹੀ ਵਿਧਾਨ ਹੈ। ਰਸਨਾ ਜਪਤੀ ਤੂੰ ਹੀ ਤੂੰ ਹੀ। ਦੂਸਰਾ ਪ੍ਰਮਾਣ ਰਸਨਾ ਗੁਣ ਗੋਪਾਲ ਨਿਧ ਗਏ। ਤੀਸਰਾ ਪ੍ਰਮਾਣ ਕਬੀਰ ਮੇਰੀ ਸਿਮਰਨੀ। ਕਬੀਰ ਨੇ ਮਾਲਾ ਸੁੱਟ ਦਿੱਤੀ, ਕਿਹਾ ਮੈਨੂੰ ਹੁਣ ਮਾਇਆ ਦੀ ਲੋੜ ਨਹੀਂ ਮਾਲਾ ਦੀ। ਕਹਿੰਦੇ ਕਬੀਰ ਇਹ ਕਿਆ ਬਾਤ ਹੈ, ਬੜੀ ਮਾਲਾ ਫੇਰਦੇ ਸੀ। ਕਹਿੰਦੇ ਹੁਣ ਮਾਲਾ ਮੇਰੀ ਜੀਭ ਫੇਰਨ ਲੱਗ ਪਈ।